ਲਓ ਜੀ, ਮੇਰੇ ਨਾਲ ਲਾਈਨ ਦੇ ਉੱਤੇ ਨੇ ਇਸ ਵੇਲੇ ਪ੍ਰਭਜੋਤ ਹੋਰੀ, ਔਰ ਅਸੀਂ ਗੱਲਬਾਤ ਕਰ ਰਹੇ ਹਾਂ ਦੁਨੀਆ ਦੀ ਇਨਫਲੇਸ਼ਨ ਦੀ। ਪ੍ਰਭਜੋਤ ਜੀ, ਜੋ ਹਾਲਾਤ ਇਸ ਵੇਲੇ ਬਣੇ ਹੋਏ ਨੇ ਕੈਨੇਡਾ ਦੇ ਵਿੱਚ ਔਰ ਜੋ ਬਣੇ ਹੋਏ ਨੇ ਇੰਡੀਆ ਦੇ ਵਿੱਚ, ਉਹ ਇਹ ਆਪਣੇ ਆਪ ਦੇ ਵਿੱਚ ਅਸੀਂ ਦੋਨਾਂ ਮੁਲਕਾਂ ਨੂੰ ਧਿਆਨ 'ਚ ਰੱਖ ਕੇ ਪਹਿਲਾਂ ਤਾਂ ਗੱਲ ਕਰਦੇ ਹਾਂ, ਫਿਰ ਇੰਟਰਨੈਸ਼ਨਲ ਲੈਵਲ 'ਤੇ ਵੀ ਗੱਲ ਕਰਦੇ ਹਾਂ। ਤੁਸੀਂ ਹੁਣੇ ਹੀ ਅਸੀਂ ਸੁਣਿਆ ਹੈ ਖਬਰਾਂ ਦੇ ਵਿੱਚ ਮੀਨਾਕਸ਼ੀ ਹੋਰਾਂ ਨੇ ਦੱਸਿਆ ਕਿ 6.8% ਨੂੰ ਟੱਚ ਕਰ ਗਈ ਸੀ ਇਨਫਲੇਸ਼ਨ। ਅਸੀਂ ਜਦ ਦਾ ਮੈਂ ਇੱਥੇ ਆਇਆ ਜੀ, ਪਿਛਲੇ 20 ਸਾਲ ਤੋਂ ਮੀਡੀਆ 'ਚ ਮੈਂ ਕੰਮ ਕਰ ਰਿਹਾ, ਕਦੀ 0.5% ਅਤੇ ਕਦੀ 1%। ਮੈਕਸੀਮਮ ਇਨਫਲੇਸ਼ਨ 'ਚ ਮੈਂ ਇੰਨੀ ਕੁ ਹੀ ਅੱਜ ਤੱਕ ਜਿਹੜੀ ਇਨਕਰੀਜ਼ ਹੈ, ਵਧੋਤਰੀ ਉਹ ਦੇਖੀ ਸੀ, ਰਾਈਜ਼ ਦੇਖੀ ਸੀ। ਪਰ 6.8% ਔਰ 31 ਸਾਲਾਂ 'ਚ ਹਾਈਐਸਟ ਐਵਰ ਮਹਿੰਗਾਈ ਦੀ ਦਰ ਹੈ। ਅਤੇ ਇਸ ਕੌਂਸੈਕਟ ਦੇ ਵਿੱਚ ਇੰਡੀਆ 'ਚ ਵੀ ਅਸੀਂ ਦੇਖ ਰਹੇ ਹਾਂ ਕਿ ਉੱਥੇ ਜਿਸ ਤਰ੍ਹਾਂ ਪ੍ਰਾਈਸਿਸ ਲਗਾਤਾਰ ਗੈਸ ਦੇ ਵੱਧ ਰਹੇ ਆ, ਔਰ ਗੈਸ ਦੇ ਪ੍ਰਾਈਸ ਵਧਣ ਨਾਲ ਹਰ ਚੀਜ਼ 'ਤੇ ਉਹਦਾ ਅਸਰ ਪੈਂਦਾ। ਡੀਜ਼ਲ ਦੇ ਪ੍ਰਾਈਸ ਵਧਦੇ, ਉਹਦਾ ਹਰ ਚੀਜ਼ 'ਤੇ ਅਸਰ ਪੈਂਦਾ। ਢੋਆ ਢੁਆਈ 'ਤੇ ਕਿਸਾਨਾਂ ਲਈ ਮਲਟੀਪਲ ਜਿਹੜਾ ਇਹਦਾ ਅਸਰ ਪੈਂਦਾ ਵੱਖ-ਵੱਖ ਵਰਗਾਂ ਉੱਤੇ। ਅਤੇ ਸਪਲਾਈ ਚੇਨ ਦਾ ਬੜਾ ਵੱਡਾ ਇਸ਼ੂ ਹੈ, ਸਮਾਨ ਟਾਈਮ 'ਤੇ ਪਹੁੰਚ ਨਹੀਂ ਰਿਹਾ, ਸਟੋਰਾਂ ਦੇ ਸਟੋਰ ਖਾਲੀ ਪਏ ਹੈ। ਦੂਜੇ ਪਾਸੇ ਸਭ ਤੋਂ ਵੱਡਾ ਜਿਹੜਾ ਇਸ਼ੂ ਹੈ, ਨਾਲ ਦੀ ਨਾਲ ਹੀ ਕੋਵਿਡ ਦਾ ਜਿਹੜਾ ਖਰਚਾ ਸਰਕਾਰਾਂ ਕਰ ਬੈਠੀਆਂ, ਬਹੁਤ ਜ਼ਿਆਦਾ ਮਨੀ ਇਹਨਾਂ ਨੇ ਪ੍ਰਿੰਟ ਕਰ ਲਈ ਹੈ। ਹੁਣ ਪੈਸੇ ਸਰਕਾਰਾਂ ਕੋਲ ਹੈ ਨਹੀਂ, ਸਰਕਾਰਾਂ ਖਾਲੀ ਹੋਈਆਂ ਬੈਠੀਆਂ। ਤੋ ਇਸ ਸਾਰੇ ਦੇ ਚਲਦਿਆਂ ਇੱਕ ਬੜੀ ਅਜੀਬੋ-ਗਰੀਬ ਸਥਿਤੀ 'ਚ ਲੋਕ ਗੁਜ਼ਰ ਰਹੇ ਆ, ਔਰ ਉਹਦਾ ਅਸਰ ਇਹ ਹੋ ਰਿਹਾ ਕਿ 50% ਲੋਕ ਕੈਨੇਡਾ 'ਚ ਮਹਿਸੂਸ ਕਰਦੇ ਆ ਕਿ ਉਹ ਮੈਂਟਲ ਤੌਰ ਦੇ ਉੱਤੇ ਇਸ ਵੇਲੇ ਬਹੁਤ ਵੱਡੇ ਪ੍ਰੈਸ਼ਰ 'ਚੋਂ ਗੁਜ਼ਰ ਰਹੇ ਆ। ਔਰ ਇਹ ਹਾਲਾਤ ਉਹਨਾਂ ਦੇ ਕਿ ਹੁਣ ਹੋਰ ਬਹੁਤਾ ਖਰਚਾ ਕੋਈ ਅਫੋਰਡ ਕਰਨ ਦੇ ਕਾਬਿਲ ਹੈ ਨਹੀਂ, ਕਿ ਅਚਾਨਕ ਉਹਨਾਂ ਨੂੰ ਕੋਈ ਵੱਡਾ ਸਰਪ੍ਰਾਈਜ਼ ਆ ਜਾਏ, ਕੋਈ ਵੱਡਾ ਖਰਚਾ ਆਉਣ ਪਵੇ ਸਿਰ 'ਤੇ, ਤਾਂ ਕਾਬਿਲ ਨਹੀਂ ਹੈਗੇ ਉਸ ਨੂੰ ਹੈਂਡਲ ਕਰਨ ਦੇ। ਕੀ ਕਹਿਣਾ ਚਾਹੁੰਦੇ ਹੋ? ਦੇਖੋ, ਇਹ ਗੱਲ ਤੁਸੀਂ ਜੋ ਕਿਹਾ ਬਿਲਕੁਲ ਠੀਕ ਹੈ, ਬਹੁਤ ਦਰੁਸਤ ਕਿਹਾ। ਔਰ ਇਸ ਵੇਲੇ ਜਿਹੜੀ ਮੈਂਟਲ ਸਟੇਟ ਹੈ ਆਮ ਜਨਤਾ ਦੀ, ਆਮ ਲੋਕਾਂ ਦੀ, ਚਾਹੇ ਉਹ ਭਾਰਤ ਵਿੱਚ ਨੇ ਚਾਹੇ ਉਹ ਕੈਨੇਡਾ ਵਿੱਚ ਨੇ, ਉਹ ਅੰਦਰ ਕਾਫੀ ਸਾਰੇ ਪ੍ਰੈਸ਼ਰ ਵਿੱਚ ਨੇ। ਬਿਕੋਜ਼ ਜਿਹੜੀ ਇਨਫਲੇਸ਼ਨ ਹੈ ਉਹ ਕਿਸੇ ਵੀ ਸਰਕਾਰ ਤੋਂ ਕੰਟਰੋਲ ਨਹੀਂ ਹੁੰਦੀ। ਬੇਸ਼ੱਕ ਸਰਕਾਰਾਂ ਨੇ ਇਨਫਲੇਸ਼ਨ ਨੂੰ ਕੰਟਰੋਲ ਕਰਨ ਲਈ ਬੈਂਕ ਰੇਟ ਵਧਾਏ ਨੇ, ਇੰਟਰਸਟ ਰੇਟ ਵਧਾਏ ਨੇ, ਰੈਪੋ ਰੇਟ ਵਧਾਏ ਨੇ, ਲੇਕਿਨ ਹਾਲੇ ਤੱਕ ਕਿਧਰੇ ਵੀ ਨਜ਼ਰ ਨਹੀਂ ਆ ਰਿਹਾ ਕਿ ਇਨਫਲੇਸ਼ਨ ਕੰਟਰੋਲ ਕੀਤੀ ਜਾ ਸਕੇ। ਜਿਵੇਂ ਤੁਸੀਂ ਦੱਸਿਆ, ਮੀਨਾਕਸ਼ੀ ਨੇ ਦੱਸਿਆ ਕਿ 6.8% ਕੈਨੇਡਾ ਵਿੱਚ ਇੱਕ ਅਨਪ੍ਰੈਸੀਡੈਂਟਡ ਹੋਈ ਆ, ਔਰ ਇੰਡੀਆ ਵਿੱਚ 7% ਕ੍ਰਾਸ ਕਰ ਚੁੱਕੀ ਆ। ਇੰਡੀਆ ਵਿੱਚ 7.04% ਇਨਫਲੇਸ਼ਨ ਆ ਇਸ ਵੇਲੇ। ਔਰ ਆਮ ਵਸਤਾਂ, ਤੁਸੀਂ ਡੀਜ਼ਲ ਦੀ, ਪੈਟਰੋਲ ਦੀ ਤਾਂ ਗੱਲ ਛੱਡੋ, ਆਮ ਖਾਣ ਪੀਣ ਦੀਆਂ ਵਸਤਾਂ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੁੰਦੀਆਂ ਜਾ ਰਹੀਆਂ ਨੇ। ਸਬਜ਼ੀਆਂ, ਫਲ, ਅੰਨ, ਇਹ ਸਭ ਕੁਛ ਇੰਨੀ ਤੇਜ਼ੀ ਨਾਲ ਮਹਿੰਗਾ ਹੁੰਦਾ ਜਾ ਰਿਹਾ ਹੈ। ਔਰ ਇੱਥੇ ਵੀ ਤੁਸੀਂ ਦੇਖੋ, ਕੈਨੇਡਾ ਵਿੱਚ ਵੀ ਦੇਖੋ, ਇੰਡੀਆ ਵਿੱਚ ਵੀ ਦੇਖੋ, ਜਿਹੜੀਆਂ ਆਮ ਵਸਤਾਂ ਨੇ, ਜਿਹੜੀਆਂ ਰੋਜ਼ਾਨਾ ਇਸਤੇਮਾਲ ਹੋਣੀਆਂ ਨੇ, ਉਹਨਾਂ ਦਾ ਜਦੋਂ ਕੀਮਤਾਂ ਵਧਣ ਲੱਗ ਜਾਂਦੀਆਂ ਨੇ, ਉਹ ਲੋਕਾਂ ਦੀ ਪਹੁੰਚ ਤੋਂ ਬਾਹਰ ਹੋਣ ਲੱਗ ਜਾਂਦੀਆਂ ਨੇ, ਤੇ ਤੁਹਾਡੀ ਮੂਵਮੈਂਟ ਜਿਹੜੀ ਆ ਉਹ ਰਿਸਟ੍ਰਿਕਟ ਹੋ ਜਾਂਦੀ ਹੈ। ਬਿਕੋਜ਼ ਡੀਜ਼ਲ ਦੀ ਪ੍ਰਾਈਸ ਇਸ ਵੇਲੇ ਦੇਖੋ ਤੁਸੀਂ ਕੈਨੇਡਾ ਵਿੱਚ ਸਾਰੇ ਪੈਟਰੋਲ ਦੀ ਦੇਖੋ, ਗੈਸ ਦੀ ਪ੍ਰਾਈਸ ਦੇਖੋ ਤਾਂ $2 ਪਲੱਸ ਹੈ, 220, 230, 240, ਪ੍ਰੀਮੀਅਮ ਤਾਂ 240 ਤੱਕ ਪਹੁੰਚ ਗਏ ਨੇ। ਸੋ ਇਹ ਜਿਹੜੇ ਹਾਲਾਤ ਨੇ, ਕੱਲ ਮੈਂ ਇੱਕ ਅਮਰੀਕਾ ਦੇ ਪੈਟਰੋਲੀਅਮ ਦੇ ਇੱਕ ਐਕਸਪਰਟ ਦੀ ਗੱਲ ਸੁਣ ਰਿਹਾ ਸੀ। ਉਹਨੇ ਕਿਹਾ ਕਿ ਜਿਹੜਾ USA ਕਹਿ ਰਿਹਾ ਕਿ ਅਰਬ UAE ਕੋਲ ਗਿਆ ਕਿ ਤੁਸੀਂ ਬੈਰਲ ਦਾ ਰੇਟ $120 ਕਰ ਦਿਓ, ਤਾਂ ਉਹਨੇ ਇਸ ਤੇ ਬੜਾ ਸਟਰੋਂਗ ਆਬਜੈਕਸ਼ਨ ਕੀਤਾ। ਉਹਨੇ ਕਿਹਾ ਕਿ ਜਦੋਂ ਸਾਡੇ ਕੋਲ ਅਲਾਸਕਾ ਵਿੱਚ ਇੰਨਾ ਸਾਰਾ ਰਿਜ਼ਰਵਸ ਹੈਗੇ ਨੇ, ਅਸੀਂ ਉਹ ਐਕਸਪਲੋਇਟ ਕਰਕੇ ਕਿਉਂ ਨਹੀਂ ਲੈ ਕੇ ਇਹ ਡੀਜ਼ਲ ਤੇ ਪੈਟਰੋਲ ਦੇ ਜਿਹੜੇ ਕਰੂਡ ਦੇ ਪ੍ਰਾਈਸਿਸ ਨੇ ਇਹਨਾਂ ਨੂੰ ਥੱਲੇ ਲੈ ਆਈਏ। ਜੇ ਜਿੰਨੇ ਦੇ ਕਰੂਡ ਦੇ ਪ੍ਰਾਈਸਿਸ ਥੱਲੇ ਨਹੀਂ ਆਉਣਗੇ, ਕੋਈ ਵੀ ਇਨਫਲੇਸ਼ਨ ਕੰਟਰੋਲ ਨਹੀਂ ਹੋ ਸਕਦੀ। ਬਿਕੋਜ਼ ਸਾਰੀ ਮੂਵਮੈਂਟ, ਸਾਰੀਆਂ ਜਿਹੜੀਆਂ ਜਿੰਨੇ ਨੇ ਵੱਡੇ ਫੂਡ ਸਟੋਰਸ ਨੇ, ਉਹਨਾਂ ਦੀ ਸਪਲਾਈਜ਼ ਜਿਹੜੀਆਂ ਵੀ ਆਉਂਦੀਆਂ ਨੇ, ਉਹ ਸਾਰਿਆਂ ਵਿੱਚ ਡੀਜ਼ਲ ਦੀ ਲੋੜ ਹੈ। ਜੇ ਡੀਜ਼ਲ ਦੀ ਕੀਮਤ ਇੰਨੀ ਵੱਧ ਗਈ ਹੈ, ਇੰਨੀ, ਉਹਨੇ ਕਿਹਾ ਕਿ ਲਾਸਟ ਈਅਰ $3.61 ਸੀ ਪਰ ਬੈਰਲ, ਤੇ ਇਸ ਸਾਲ 5.50 ਪਰ ਬੈਰਲ ਹੋ ਗਈ ਹੈ। ਮਤਲਬ ਆਲਮੋਸਟ ਡਬਲ ਹੋ ਰਹੀ ਹੈ ਪ੍ਰਾਈਸ ਡੀਜ਼ਲ ਦੀ। ਜਦੋਂ ਕਾਸਟ ਇੰਨੀ ਵੱਧ ਜਾਏਗੀ, ਟਰਾਂਸਪੋਰਟੇਸ਼ਨ ਦੀ ਕਾਸਟ ਵੱਧ ਜਾਏਗੀ, ਉਹਦਾ ਤਾਂ ਜਿਹੜਾ ਕੈਸਕੇਡਿੰਗ ਇਫੈਕਟ ਹੈ, ਜਿਹੜਾ ਉਹਦਾ ਅਸਰ ਹੁੰਦਾ, ਉਹ ਹਰੇਕ ਚੀਜ਼ ਤੇ ਜਾਏਗਾ। ਬਿਕਾਜ਼ ਹਰ ਸਪਲਾਈ ਲਾਈਨ ਜਿਹੜੀ ਤੁਹਾਡੀ ਟੋਟਲ ਜਿਹੜੀ ਸਪਲਾਈ ਲਾਈਨ ਹੈ, ਉਹ ਡੀਜ਼ਲ ਜਾਂ ਗੈਸ ਤੇ ਡਿਪੈਂਡੈਂਟ ਹੈ। ਜੋ ਡੀਜ਼ਲ ਦੀ ਕੀਮਤ ਤੁਹਾਡੀ ਡਬਲ ਹੋ ਗਈ ਹੈ, 3.61 ਤੋਂ 5.51 ਹੋ ਗਈ ਹੈ, ਔਰ ਇਹ ਹੋਰ ਵਧੇਗੀ ਆਉਂਦੇ ਦਿਨਾਂ ਵਿੱਚ। ਜੇ ਤੁਸੀਂ ਇਹ ਪ੍ਰਪੋਜ਼ਲ ਜਿਹੜਾ USA UAE ਤੋਂ ਪੈਟਰੋਲ ਦੀ ਗੱਲ ਕਰ ਰਿਹਾ ਕਿ ਉਹਦੀ $160 ਦੀ ਬੈਰਲ ਦੀ ਬਜਾਏ $120 ਤੱਕ ਬੈਰਲ ਚੱਲ ਜਾਏ, ਤਾਂ ਦੇਖੋ ਤੁਸੀਂ ਇਹਦਾ ਅਸਰ ਕਿੰਨਾ ਪਵੇਗਾ। ਔਰ
ਗਵਰਨਮੈਂਟ ਆਫ ਇੰਡੀਆ ਨੇ ਕਿਹਾ ਰਿਜ਼ਰਵ ਬੈਂਕ ਨੂੰ ਕਿ ਤੁਸੀਂ 6% ਤੇ ਕੰਟਰੋਲ ਕਰਕੇ ਰੱਖੋ ਇਹਨੂੰ ਇਨਫਲੇਸ਼ਨ ਨੂੰ, ਲੇਕਿਨ ਉਹਨਾਂ ਦੀ ਕੋਸ਼ਿਸ਼ ਦੇ ਬਾਵਜੂਦ ਵੀ ਜਿੰਨੇ ਵੀ ਸਟੈਪਸ ਲਏ ਨੇ ਰਿਜ਼ਰਵ ਬੈਂਕ ਨੇ ਇਨਫਲੇਸ਼ਨ ਕੰਟਰੋਲ ਕਰਨ ਲਈ, ਉਹਦੇ ਬਾਵਜੂਦ ਵੀ 7.03% ਇਨਫਲੇਸ਼ਨ ਹੈ ਇੰਡੀਆ ਵਿੱਚ। ਔਰ ਤੁਸੀਂ ਬਾਕੀ ਏਸ਼ੀਅਨ ਕੰਟਰੀਆਂ ਵੀ ਦੇਖੋ, ਪਾਕਿਸਤਾਨ ਦਾ ਹਾਲ ਦੇਖੋ, ਤੁਸੀਂ ਸ੍ਰੀਲੰਕਾ ਦਾ ਹਾਲ ਦੇਖੋ, ਮਹਿੰਗਾਈ ਤਾਂ ਉੱਥੇ ਸ੍ਰੀਲੰਕਾ ਵਿੱਚ ਤਾਂ 20% ਤੋਂ ਉੱਪਰ ਚਲੇ ਗਈ ਇਨਫਲੇਸ਼ਨ ਰੇਟ, ਔਰ ਪਾਕਿਸਤਾਨ 'ਚ ਵੀ ਇੰਨੀ ਜ਼ਿਆਦਾ ਹੈ ਕਿ ਤੁਸੀਂ ਦੇਖੋ $200 ਦਾ US$ ਹੋ ਗਿਆ। ਸੋ ਜਿਹੜੇ ਇਹ ਟ੍ਰੈਂਡਸ ਨੇ ਇਹ ਬੜੇ ਚਿੰਤਾਜਨਕ ਨੇ। ਉਹ ਜਿਵੇਂ ਜਿਵੇਂ ਹੁਣ ਮੈਂ ਸੁਣ ਰਿਹਾ ਸੀ ਕਿ ਲੋਕ ਅਫੋਰਡ ਹੀ ਨਹੀਂ ਕਰ ਪਾਉਣਗੇ ਕਿ ਆਪਣੀ ਹਾਊਸਿਸ ਦੀ ਮੌਰਗੇਜ ਵੀ ਪੇ ਕਰਨੀ। ਜਿਹੜੀ $1000 ਪੇ ਕਰਦੇ ਸੀ ਉਹ ਇੰਨੀ ਤੇਜ਼ੀ ਨਾਲ ਰੇਟ ਵੱਧ ਰਹੇ ਨੇ ਕਿ $1500 ਤੇ ਪਹੁੰਚ ਜਾਏਗੀ ਉਹੀ ਮੌਰਗੇਜ। ਸੋ ਕਿੱਥੋਂ ਆਉਣਗੇ ਲੋਕਾਂ ਕੋਲ ਪੈਸੇ, ਕਿੱਦਾਂ ਮੈਨੇਜ ਕਰਨਗੇ? ਇੰਨੀਆਂ ਖਾਣ ਪੀਣ ਦੀਆਂ ਵਸਤਾਂ ਮਹਿੰਗੀਆਂ ਹੋ ਰਹੀਆਂ ਨੇ, ਟਰਾਂਸਪੋਰਟੇਸ਼ਨ ਮਹਿੰਗੀ ਹੋ ਰਹੀ ਆ, ਹਰ ਕੁਛ ਮਹਿੰਗਾ ਹੋ ਰਿਹਾ, ਤੇ ਜੇ ਮੌਰਗੇਜ ਵੀ ਨਾਲ ਵਧੀ ਗਈ ਤੇ ਅਫੋਰਡੇਬਿਲਟੀ ਵੀ ਘਰਾਂ ਦੀ ਘਟ ਗਈ, ਤਾਂ ਹਾਲਾਤ ਜਿਹੜੇ ਨੇ ਆਉਂਦੇ ਸਮੇਂ ਵਿੱਚ ਬਹੁਤ ਚਿੰਤਾਜਨਕ ਬਣਦੇ ਜਾ ਰਹੇ ਨੇ। ਔਰ ਆਪਣੇ ਆਪ ਨੂੰ ਤੁਹਾਨੂੰ ਕੰਟਰੋਲ ਕਰਨਾ ਪਵੇਗਾ, ਆਪਣੇ ਖਰਚੇ ਘਟਾਉਣੇ ਪੈਣਗੇ ਸਰਵਾਈਵਲ ਲਈ। ਨਹੀਂ ਤਾਂ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਕਿ ਜਿਹੜੀ ਮੈਂਟਲ ਸਿਕਨੈਸ ਹੈ, ਜਿਹੜੇ ਮੈਂਟਲ ਪ੍ਰੈਸ਼ਰ ਪੈ ਰਹੇ ਨੇ ਕਿ ਕਿੱਦਾਂ ਆਪਣੇ ਆਪ ਨੂੰ ਸਸਟੇਨ ਕਰਨਾ ਹੈ ਇਸ ਗਰੋਇੰਗ ਇਨਫਲੇਸ਼ਨ ਵਿੱਚ, ਉਹਦੇ ਨਾਲ ਬਿਮਾਰੀਆਂ ਦਾ ਜਿਵੇਂ ਦੱਸ ਰਹੇ ਹੋ ਕਿ ਕੋਵਿਡ ਕਰਕੇ ਲੋਕਾਂ ਨੇ ਜੌਬਸ ਵੀ ਘੱਟ ਰਹੀਆਂ ਨੇ, ਕੰਮ ਵੀ ਘੱਟ ਰਿਹਾ। ਸੋ ਇਹ ਸਾਰੇ ਫੈਕਟਰ ਬੜਾ ਨੈਗੇਟਿਵ ਜਿਹਾ ਇਮੇਜ ਇਸ ਵੇਲੇ ਪੇਂਟ ਕਰ ਰਹੇ ਨੇ। ਔਰ ਉਹਦੇ ਵਿੱਚ ਸਿਰਫ ਸਰਕਾਰਾਂ ਨੂੰ ਜਿਹੜੇ ਜ਼ਰੂਰੀ ਕਦਮ ਨੇ ਉਹ ਲੈਣੇ ਚਾਹੀਦੇ ਨੇ ਤਾਂ ਜੋ ਕਮ ਸੇ ਕਮ ਜਿਹੜੀ ਸਪਲਾਈ ਲਾਈਨ ਹੈ ਉਹ ਮੇਨਟੇਨ ਹੋਵੇ। ਜੇ ਸਪਲਾਈ ਲਾਈਨ ਮੇਨਟੇਨ ਹੋਏਗੀ, ਡੀਜ਼ਲ ਤੇ ਗੈਸ ਦੇ ਪ੍ਰਾਈਸਿਸ ਕੰਟਰੋਲ ਹੋਣਗੇ ਤਾਂ ਹੀ ਇਹ ਇਨਫਲੇਸ਼ਨ ਕੰਟਰੋਲ ਹੋ ਸਕਦੀ ਹੈ। ਅਦਰਵਾਈਜ਼ ਕੋਈ ਚਾਂਸ ਨਹੀਂ ਲੱਗਦਾ ਕਿ ਅੱਜ ਖਾਣ ਪੀਣ ਦੀਆਂ ਵਸਤਾਂ ਜਿਹੜੀਆਂ ਅੱਜ ਰੇਟ ਤੇ ਮਿਲ ਰਹੀਆਂ ਨੇ ਤੁਹਾਨੂੰ 1 ਮਹੀਨੇ ਬਾਅਦ ਵੀ ਉਸ ਰੇਟ ਤੇ ਮਿਲਣ, ਤੁਹਾਨੂੰ ਉਸ ਤੋਂ ਜ਼ਿਆਦਾ ਪੈਸੇ ਖਰਚਣੇ ਪੈਣਗੇ। ਹਰ ਚੀਜ਼ ਤੁਹਾਨੂੰ ਪੈਸੇ ਜ਼ਿਆਦਾ ਖਰਚਣੇ ਪੈਣਗੇ ਔਰ ਉਹ ਪੈਸੇ ਕਿੱਥੋਂ ਆਉਣਗੇ, ਇਹ ਇੱਕ ਬਹੁਤ ਵੱਡਾ ਸਵਾਲ ਹੈ। ਥੈਂਕ ਯੂ ਜੀ। ਔਰ ਨੋ ਡਾਊਟ ਇਹ ਮਲਟੀਪਲ ਫੈਕਟਰਸ ਨੇ ਮਹਿੰਗਾਈ ਵਧਣ ਦੇ, ਪਰ ਜਿਹੜੀ ਦੂਜੇ ਪਾਸੇ ਡੈਫੀਨੇਟਲੀ ਚਿੰਤਾ ਵਾਲੀ ਗੱਲ ਇਹ ਵੀ ਹੈ ਕਿ ਜਿਸ ਤਰ੍ਹਾਂ ਯੂਕਰੇਨ ਦਾ ਇਸ਼ੂ ਹੈ, ਜਿਹੜੀ ਤੇਲ ਦੀ ਇਹ ਸਮੱਸਿਆ ਹੈ ਕਿਤੇ ਹੱਲ ਹੁੰਦੀ ਨਜ਼ਰ ਨਹੀਂ ਆ ਰਹੀ, ਔਰ ਕਦੋਂ ਜਾ ਕੇ ਤੇਲ ਦੀਆਂ ਪ੍ਰਾਈਸਿਸ ਥੱਲੇ ਆਉਣਗੀਆਂ ਇਹ ਆਪਣੇ ਆਪ 'ਚ ਇੱਕ ਚੈਲੰਜ ਹੈ। तो जब तक थले नहीं आएगी महंगाई की इस तरह ही बरकरार रहेगी या बढ़ती जाएगी, ये भी अपने आप चैलेंज है। प्रभजोत जी समा नहीं है ज़्यादा, 1-2 मिनट ਲਈ बस फाइनल करते हैं गल ਨੂੰ। ਅਸੀਂ ਤੁਸੀਂ ਗੱਲ ਕੀਤੀ ਪਾਕਿਸਤਾਨ ਦੀ ਤੇ ਅਸੀਂ ਦੇਖ ਲਿਆ ਕਿ ਉੱਥੇ ਇਮਰਾਨ ਖਾਨ ਨੂੰ ਸਰਕਾਰ ਗਵਾਣੀ ਪਈ ਆਪਣੀ ਸਿਰਫ ਔਰ ਸਿਰਫ ਮਹਿੰਗਾਈ ਤੇ। ਮੈਨੂੰ ਨਹੀਂ ਲੱਗਦਾ ਕਿ ਕੋਈ ਉਹਨਾਂ ਦੀ ਕਰਪਸ਼ਨ ਤੇ ਕੋਈ ਚਾਰਜ ਸਿੱਧੇ ਲਗਾ ਸਕਦਾ। ਉਹਨਾਂ ਨੇ ਹੋਰ ਬੜੀ ਕਾਬਲੀਅਤ ਨਾਲ ਡੁੱਬੀ ਹੋਈ ਬੇੜੀ ਜਿਹੜੀ ਪਾਕਿਸਤਾਨ ਦੀ ਸੀ ਉਸ ਨੂੰ ਮੁੜ ਤੋਂ ਪਾਰ ਲਾਉਣ ਦੀ ਕੋਸ਼ਿਸ਼ ਕਰ ਰਹੇ ਸੀ, ਯਤਨਸ਼ੀਲ ਸੀ ਲਗਾਤਾਰ, ਪਰ ਮਹਿੰਗਾਈ ਅੱਗੇ ਉਹਨਾਂ ਦਾ ਵੀ ਵੱਸ ਨਹੀਂ ਚੱਲਿਆ। ਸ਼੍ਰੀਲੰਕਾ ਦਾ ਅਸੀਂ ਦੇਖ ਹੀ ਲਿਆ ਕਿ ਕਿਸ ਤਰ੍ਹਾਂ ਲੋਕ ਸੜਕਾਂ ਤੇ ਆ ਗਏ ਔਰ ਹਾਲਾਤ ਕੀ ਸ਼੍ਰੀਲੰਕਾ 'ਚ ਬਣੇ ਹੋਏ ਹੈ। ਅਰਾਜਕਤਾ ਦਾ ਮਾਹੌਲ ਬਣ ਗਿਆ ਸ਼੍ਰੀਲੰਕਾ ਦੇ ਵਿੱਚ। ਪ੍ਰਾਈਮ ਮਿਨਿਸਟਰ ਨੂੰ ਲੁੱਕ ਕੇ ਆਪਣੀ ਜਾਨ, ਆਪਣੇ ਪਰਿਵਾਰ ਦੀ ਜਾਨ ਬਚਾਉਣੀ ਪਈ, ਰਿਜ਼ਾਈਨ ਕਰਨਾ ਪਿਆ। ਔਰ ਭਾਰਤ ਦੇ ਵਿੱਚ ਅਗਰ ਗੱਲ ਕਰੀਏ ਤਾਂ ਭਾਰਤ ਇੱਕ ਐਸਾ ਮੁਲਕ ਹੈ ਕਿ ਲੋਕਾਂ ਨੂੰ ਚੰਦ ਦਿਨਾਂ ਲਈ ਗੱਲ ਯਾਦ ਰਹਿੰਦੀ ਹੈ, ਫਿਰ ਭੁੱਲ ਜਾਂਦੇ ਆ, ਸੜਕਾਂ 'ਤੇ ਆਉਂਦੇ ਆ, ਪ੍ਰੋਟੈਸਟ ਕਰਦੇ ਆ, ਫਿਰ ਭੁੱਲ ਜਾਂਦੇ ਆ। ਪਰ ਇੱਧਰ ਮੈਂ ਹੁਣ ਕੈਨੇਡਾ 'ਚ ਦੇਖ ਰਿਹਾ ਕਿ ਮੈਂ ਪਹਿਲੀ ਵਾਰੀ ਦੇਖਿਆ ਕਿ ਜਸਟਿਨ ਟਰੂਡੋ ਦੀ ਜਿਹੜੀ ਲੋਕਪ੍ਰਿਯਤਾ ਹੈ ਉਹ ਬਹੁਤ ਤੇਜ਼ੀ ਨਾਲ ਥੱਲੇ ਨੂੰ ਜਾ ਰਹੀ ਹੈ। ਔਰ ਉਹ ਅਗਰ ਮੈਨੂੰ ਕੋਈ ਹੈਰਾਨਗੀ ਨਹੀਂ ਹੋਏਗੀ ਜੇ ਅਗਲੇ ਇਲੈਕਸ਼ਨ ਲਿਬਰਲ ਪਾਰਟੀ ਜਿਹੜੀ ਦੁਬਾਰਾ ਨਾ ਜਿੱਤ ਸਕੇ ਜਦੋਂ ਵੀ ਇਲੈਕਸ਼ਨ ਅਗਲੇ ਹੋਣਗੇ। ਇਹ ਇਹਨਾਂ ਨੂੰ ਸੋਚਣਾ ਪਏਗਾ ਔਰ ਕੋਈ ਬਹੁਤਾ ਜ਼ੋਰ ਸਾਰਾ ਲਾ ਕੇ ਦੇਖ ਲਿਆ ਟਰੂਡੋ ਸਾਹਿਬ ਨੇ, ਪਰ ਕਿਉਂਕਿ ਇੰਨਾ ਪੈਸਾ ਵੰਡ ਚੁੱਕੇ ਹੈ ਕੋਵਿਡ ਵੇਲੇ ਦਾ, 400-450 ਬਿਲੀਅਨ ਦਾ ਡੈਟ ਹੈ ਇਸ ਵੇਲੇ, ਕੋਈ ਛੋਟਾ ਮੋਟਾ ਡੈਟ ਨਹੀਂ ਹੈ, ਬਜਟ ਜਿਹੜਾ ਡੈਫੀਸਿਟ ਹੈ। ਤਾਂ ਮੇਰਾ ਖਿਆਲ ਹੈ ਇੱਥੇ ਵੀ ਸਰਕਾਰ ਦੇ ਲਈ ਬੜਾ ਵੱਡਾ ਇੱਕ ਚਿੰਤਾ ਦਾ ਮਾਮਲਾ ਹੈ ਕਿ ਜਸਟਿਨ ਟਰੂਡੋ ਲਈ ਆਪਣੀ ਸਰਕਾਰ ਨੂੰ ਬਚਾ ਕੇ ਰੱਖਣਾ ਹੁਣ। ਜੀ ਬਹੁਤ 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 ਡਿਫਿਕਲਟ ਸਿਚੁਏਸ਼ਨ ਹੈ, ਬੜਾ ਟਫ ਚੈਲੰਜ ਹੈ ਸਰਕਾਰ ਨੂੰ ਬਚਾ ਕੇ ਰੱਖਣਾ। ਬਿਕੋਜ਼ ਤੁਸੀਂ ਦੇਖੋ ਨਾ ਕਿ ਸਿਰਫ ਕੀਮਤਾਂ ਹੀ, ਜਿਵੇਂ ਆਪਾਂ ਪਹਿਲਾਂ ਵੀ ਉਸ ਦਿਨ ਗੱਲ ਕੀਤੀ ਸੀ ਕਿ ਤੁਸੀਂ ਏਅਰਪੋਰਟਾਂ ਦੇ ਹਾਲ ਦੇਖੋ ਕਿੰਨਾ ਬੁਰਾ ਹਾਲ ਹੋ ਗਿਆ, ਕਿਆਓਸ। ਤੁਸੀਂ ਦੇਖੋ ਹਰ ਚੀਜ਼ ਡਿਲੇਜ਼ ਨੇ, ਲੋਕਾਂ ਨੂੰ ਆਮ ਜਿਹੜੀ ਲਾਈਫ ਸਧਾਰਨ ਲਾਈਫ ਸੀ ਔਰ ਇੰਨੀਆਂ ਸਾਰੀਆਂ ਡਿਸਟਰਬੈਂਸਿਸ ਆ ਗਈਆਂ ਨੇ, ਇੰਨੇ ਸਾਰੇ ਚੈਲੰਜਸ ਆ ਗਏ ਨੇ ਕਿ ਲੋਕਾਂ ਦਾ ਸਰਕਾਰ ਪ੍ਰਤੀ ਜਿਹੜਾ ਰਵੱਈਆ ਹੈ ਉਹ ਬਹੁਤ ਤੇਜ਼ੀ ਨਾਲ ਬਦਲ ਰਿਹਾ।
ਲੋਕ ਸੋਚਦੇ ਨੇ ਕਿ ਗਵਰਨੈਂਸ ਨਾਂ ਦੀ ਚੀਜ਼ ਕਿੱਥੇ ਰਹਿ ਗਈ ਹੈ। ਜੇ ਹਰ ਫੀਲਡ ਵਿੱਚ ਜਿੱਥੇ ਵੀ ਤੁਸੀਂ ਜਾਂਦੇ ਹੋ, ਹਰ ਚੀਜ਼ ਵਿੱਚ ਉਹਨਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਜਿਹੜਾ ਉਹ ਕਰਨਾ ਪੈ ਰਿਹਾ ਜੀ। ਤੇ ਜੇ ਪਾਸਪੋਰਟ ਲੈਣ ਲਈ ਲੰਬੀਆਂ ਲਾਈਨਾਂ ਨੇ, ਲੰਬੀਆਂ ਵੇਟਾਂ ਨੇ, 에ਅਰਪੋਰਟ ਤੇ ਜਾਣੇ ਹੋ ਤਾਂ ਟਰੈਵਲ ਕਰਨ ਦੀ ਬੜੀਆਂ ਪ੍ਰੋਬਲਮਸ ਨੇ। ਮੈਂ ਸੌਰੀ ਤੁਹਾਨੂੰ ਵਿੱਚ ਇੰਟਰਪਟ ਕਰ ਰਿਹਾ ਹਾਂ, ਤਾਂ ਬੜਾ ਵੱਡਾ ਮੁੱਦਾ ਇਹ ਵੀ ਬਣ ਰਿਹਾ ਹੈ ਕਿ ਇਮੀਗ੍ਰੇਸ਼ਨ ਜਿਹੜੀ ਕਿ ਇਸ ਇੱਕ ਪਾਸੇ ਕਹਿ ਰਿਹਾ ਕਿ 500,000 ਜੌਬਸ ਜਿਹੜੀਆਂ ਇਸ ਵੇਲੇ ਅਵੇਲੇਬਲ ਨੇ, ਐਮਪਲੋਇਰ ਨੂੰ ਬੜਾ ਵੱਡਾ ਚੈਲੰਜ ਆ ਰਿਹਾ, ਉਹਨਾਂ ਕੋਲ ਵਰਕਰ ਨਹੀਂ ਹੈਗੇ, ਲੋਕ ਲਾਈਨਾਂ 'ਚ ਖੜੇ ਹੈ। ਕੋਈ ਲਗਭਗ 1.6 ਮਿਲੀਅਨ ਐਪਲੀਕੇਸ਼ਨ ਐਸੀਆਂ ਜਿਹੜੀਆਂ ਹਜੇ ਇਹਨਾਂ ਨੇ ਹੱਲ ਨਹੀਂ ਕੀਤੀਆਂ, ਉਹਦੇ ਨਾਲ ਡੀਲ ਨਹੀਂ ਕਰ ਪਾ ਰਹੇ, ਸਟਾਫ ਹੈ ਨਹੀਂ, ਟਨਸ ਆਫ ਇਸ਼ੂਜ਼ ਨੇ। ਪਰ ਦੂਜੇ ਪਾਸੇ ਜਹਾਜ਼ਾਂ ਦੇ ਜਹਾਜ਼ ਭਰ ਕੇ ਯੂਕਰੇਨ ਤੋਂ ਆ ਰਹੇ ਨੇ, ਨਾ ਸਿਰਫ ਜਹਾਜ਼ ਭਰ ਕੇ ਉਹਨਾਂ ਨੂੰ ਲਿਆਂਦਾ ਜਾ ਰਿਹਾ, 2-3 ਹਜ਼ਾਰ ਡਾਲਰ ਉਹਨਾਂ ਨੂੰ ਕੈਸ਼ ਦਿੱਤਾ ਜਾ ਰਿਹਾ ਆਉਂਦਿਆਂ ਨੂੰ। ਤੋ ਇਹ ਡਿਸਪੈਰਿਟੀ ਵੀ ਹੋ ਰਹੀ ਹੈ ਇੱਕ ਪਾਸੇ ਕਿ ਜਿਨ੍ਹਾਂ ਦੀ ਲੋੜ ਹੈ ਤੁਰੰਤ ਮੁਲਕ ਨੂੰ ਵਰਕਰਾਂ ਦੇ ਇੱਥੇ ਆਉਣ, ਕੰਮ ਕਰਨ, ਇੰਪਲੋਇਰ ਨੂੰ ਕੋਈ ਰਿਲੀਫ ਮਿਲੇ। ਦੂਜੇ ਪਾਸੇ ਤਾਂ ਇਮੀਗ੍ਰੇਸ਼ਨ ਦੇ ਮਿਨਿਸਟਰ ਸਾਡੇ ਨਾਲ ਵਰਨਾ ਆਪਣੇ ਪ੍ਰਭਜੋਤ ਜੀ, ਮੇਰੇ 20 ਸਾਲ ਦੇ ਕੈਰੀਅਰ 'ਚ ਮੈਂ ਦੇਖਿਆ ਹਰ ਮਹੀਨੇ ਐਵਰੇਜ 1 ਵਾਰੀ ਜਾਂ 2 ਵਾਰੀ ਮਿਨਿਸਟਰ ਆਫ ਇਮੀਗ੍ਰੇਸ਼ਨ ਸਾਡੇ ਕੋਲ ਇੱਥੇ ਆਉਂਦੇ ਸੀ, ਰੇਡੀਓ ਤੇ ਗੱਲਬਾਤ ਕਰਦੇ ਰਹੇ ਆ, ਐਲਾਨ ਕਰਦੇ ਸੀ, ਜਾਣਕਾਰੀ ਦਿੰਦੇ ਸੀ, ਪਾਲਿਸੀਜ਼ ਤੇ ਗੱਲ ਕਰਦੇ ਸੀ। ਇਹ ਨਵੇਂ ਮਿਨਿਸਟਰ ਸਾਹਿਬ ਸੀਨ ਫਰੇਜ਼ਰ ਪਤਾ ਨਹੀਂ ਕੌਣ ਨੇ, ਮੈਂ ਤਾਂ ਕਦੀ ਅਜੇ ਤੱਕ ਨਾ ਉਹਨਾਂ ਨਾਲ ਗੱਲ ਹੋਈ ਹੈ। ਅਕਤੂਬਰ ਦੇ ਦੇਖੋ ਬਣੇ ਹੋਏ ਨੇ ਮਿਨਿਸਟਰ, ਹਜੇ ਤੱਕ ਉਹਨਾਂ ਨੇ ਇਹ ਜ਼ਹਿਮਤ ਨਹੀਂ ਉਠਾਈ, ਇੰਨਾ ਕਸ਼ਟ ਨਹੀਂ ਕੀਤਾ ਵੀ ਉਹ ਕਿਸੇ ਰੇਡੀਓ ਤੇ ਆ ਕੇ ਕੋਈ ਕਦੀ ਗੱਲ ਕਰਨ, ਕੋਈ ਕਿਸ ਤਰ੍ਹਾਂ ਦੀ। ਔਰ ਮੈਂ ਕਈ ਵਾਰੀ ਲਿਬਰਲ ਜਿਹੜੇ ਐਮਪੀਜ਼ ਨੂੰ ਨਾਰਾਜ਼ਗੀ ਵੀ ਕਰ ਚੁੱਕਾ ਕਿ ਜੌਨ ਮਕੱਲਮ ਸੀ 2 ਵਾਰੀ ਮਹੀਨੇ 'ਚ 3 ਵਾਰੀ, ਉਸ ਤੋਂ ਬਾਅਦ ਮਿਸਟਰ ਅਹਿਮਦ ਹੁਸੈਨ, ਮਾਰਕੋ ਮੈਂਡੀਚੀਨੋ, ਜਿੰਨੇ ਵੀ ਮਿਨਿਸਟਰ ਲਿਬਰਲ ਆਏ ਆ ਇਮੀਗ੍ਰੇਸ਼ਨ ਦੇ, ਉਹ ਰੈਗੂਲਰਲੀ ਇਨ ਟੱਚ ਰਹੇ ਸਾਡੇ ਨਾਲ, ਔਰ ਸਾਡੇ ਥਰੂ ਕਮਿਊਨਿਟੀ ਨਾਲ ਇਨ ਟੱਚ ਸੀ, ਲੋਕਾਂ ਨਾਲ ਇਨ ਟੱਚ ਸੀ। ਇਹ ਕੋਈ ਜਾਂ ਤਾਂ ਇਹਨਾਂ 'ਚ ਕੋਈ ਹੁਣ ਕਿਸੇ ਤਰ੍ਹਾਂ ਦਾ ਇੰਥੂਜ਼ੀਆਜ਼ਮ ਹੀ ਹੈ ਨਹੀਂ ਸਰਕਾਰ ਚਲਾਉਣ ਦੇ ਲਈ, ਬਿਲਕੁਲ ਹੀ ਅਵੇਸਲੇ ਹੋ ਗਏ ਹੈ। ਤਾਂ ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਮੈਂ ਇੱਕ ਦਾ ਮਿੰਟ ਪਲੀਜ਼ ਵਾਈਂਡ ਅਪ ਕਰਦੇ ਹਾਂ, ਤਾਂ ਤੁਸੀਂ ਕੁਝ ਲਾਸਟ ਕਹਿਣਾ ਚਾਹੋ ਜੀ। ਦੇਖੋ, ਜਦ ਤੱਕ ਤੁਸੀਂ ਆਪਣਾ ਹਾਊਸ ਇਨ ਆਰਡਰ ਸੈੱਟ ਨਹੀਂ ਕਰੋਗੇ, ਤੁਸੀਂ ਬਾਹਰੋਂ ਜਿੰਨੇ ਮਰਜ਼ੀ ਮਹਿਮਾਨ ਬੁਲਾ ਲਓ, ਜਿੰਨੇ ਮਰਜ਼ੀ ਲੋਕ ਲੈ ਆਓ, ਤਾਂ ਤੁਹਾਡੇ ਪ੍ਰੋਬਲਮ ਵਧਣਗੀਆਂ। ਸੋ ਸਰਕਾਰ ਨੂੰ ਇਸ ਬਾਰੇ ਬੜਾ ਸੀਰੀਅਸਲੀ ਸੋਚਣਾ ਚਾਹੀਦਾ ਹੈ ਕਿ ਸਾਨੂੰ ਨਵੇਂ ਇਮੀਗ੍ਰੈਂਟ ਦੀ ਇਸ ਵੇਲੇ ਕੋਈ ਲੋੜ ਨਹੀਂ। ਆਪਣਾ ਘਰ ਨੂੰ ਪਹਿਲਾਂ ਆਰਡਰ ਵਿੱਚ ਸੈੱਟ ਕਰਨਾ ਪੈਣਾ। ਸਾਰਾ ਹਾਊਸ ਇਨ ਆਰਡਰ ਕਰੋਗੇ ਤਾਂ ਹੀ ਸਮੱਸਿਆਵਾਂ ਹੱਲ ਹੋਣਗੀਆਂ। ਨਾ ਤੁਸੀਂ ਇਨਫਲੇਸ਼ਨ ਕੰਟਰੋਲ ਕਰ ਪਾਓਗੇ, ਨਾ ਤੁਸੀਂ ਲੋਕਾਂ ਦੀਆਂ ਭਾਵਨਾਵਾਂ, ਤੇ ਨਾ ਹੀ ਤੁਸੀਂ ਜੋ ਮਰਜ਼ੀ ਪ੍ਰੋਜੈਕਟ ਕਰੀ ਜਾਓ ਕਿ ਇੰਨੀਆਂ ਤੁਹਾਡੇ ਜੌਬਸ ਖਾਲੀ ਪਈਆਂ ਨੇ। ਪਰ ਜਦੋਂ ਲੋਕਾਂ ਕੋਲੇ ਰੋਟੀ ਖਾਣ ਨੂੰ ਪੈਸੇ ਨਹੀਂ ਹੈਗੇ, ਲੋਕ ਸਰਵਾਈਵ ਨਹੀਂ ਕਰ ਪਾ ਰਹੇ, ਲੋਕ ਮੈਂਟਲ ਜਿਹੜੀ ਹੈਲਥ ਹੈ ਉਹਦੇ ਵਿੱਚ ਇੰਨੇ ਇੰਸੀਡੈਂਸ ਜਿਹੜਾ ਹੈ ਇੰਨਾ ਰੈਪਿਡਲੀ ਵੱਧ ਰਿਹਾ ਹੈ ਕਿ ਇੱਕ ਬਹੁਤ ਵੱਡੀ ਵਰੀ ਜਿਹੜੀ ਆ ਉਹ ਸਾਡੇ ਸਮਾਜ ਨੂੰ, ਸੁਸਾਇਟੀ ਨੂੰ ਆਪਣੀ ਗ੍ਰਿਫਤ 'ਚ ਲੈ ਰਹੀ ਆ ਕਿ ਲੋਕਾਂ ਦਾ ਮਾਨਸਿਕ ਸੰਤੁਲਨ ਜਿਹੜਾ ਆ ਉਹ ਇੰਨਾ ਖਰਾਬ ਹੋ ਰਿਹਾ ਹੈ ਬਿਕੋਜ਼ ਸਿਰਫ ਸਾਡੀਆਂ ਪਾਲਿਸੀਜ਼ ਕਰਕੇ, ਗਵਰਨਮੈਂਟ ਦੀਆਂ ਪਾਲਿਸੀਜ਼ ਕਰਕੇ। ਇਹਦੇ ਵਿੱਚ ਲੋਕਾਂ ਦਾ ਕਸੂਰ ਨਹੀਂ ਹੈ, ਸਿਰਫ ਸਰਕਾਰ ਦੀਆਂ ਪਾਲਿਸੀਆਂ ਏਦਾਂ ਦੀ ਬਣ ਗਈਆਂ ਨੇ ਕਿ ਤੁਸੀਂ ਪਹਿਲੇ ਸੀਰੀਆ ਤੋਂ ਲੈ ਆਓ, ਫਿਰ ਤੁਸੀਂ ਯੂਕਰੇਨ ਤੋਂ ਬੰਦੇ ਇੰਨੇ ਸਾਰੇ ਲੈ ਆਓ, ਫਿਰ ਉਹਨਾਂ ਨੂੰ ਵੈਲਕਮ ਕਰੋ। ਤੇ ਪਰ ਜਦੋਂ ਤੁਸੀਂ ਆਪਣੇ ਲੋਕਾਂ ਦਾ ਧਿਆਨ ਤਾਂ ਰੱਖ ਨਹੀਂ ਰਹੇ, ਜਿਹੜਾ ਤੁਹਾਡੇ ਆਪਣੇ ਨੇ, ਠੀਕ ਹੈ, ਇਹ ਬੜਾ ਇੱਕ ਚਿੰਤਾ ਦਾ ਕਾਰਨ ਹੈ। ਇਹਦੇ ਬਾਰੇ ਸਰਕਾਰ ਨੂੰ ਜ਼ਰੂਰ ਸੋਚਣਾ ਪਵੇਗਾ, ਇੰਟਰੋਸਪੈਕਸ਼ਨ ਕਰਨੀ ਪਵੇਗੀ ਤਾਂ ਜੋ ਹੁਣੇ ਹੀ ਰੈਮੀਡੀਅਲ ਮੇਜਰਸ ਲਏ ਜਾ ਸਕਣ, ਨਹੀਂ ਤਾਂ ਫਿਰ ਬਹੁਤ ਦੇਰ ਹੋ ਜਾਏਗੀ, ਤਾਂ ਫਿਰ ਨੁਕਸਾਨ ਬਹੁਤ ਹੋ ਜਾਏਗਾ। ਬਹੁਤ ਬਹੁਤ ਸ਼ੁਕਰੀਆ ਪ੍ਰਭਜੋਤ ਜੀ, ਥੈਂਕ ਯੂ ਸੋ ਮਚ। ਔਰ ਪ੍ਰਭਜੋਤ ਹੋਰਾਂ ਦੇ ਆਰਟੀਕਲ ਪੜ੍ਹਦੇ ਰਿਹਾ ਕਰੋ, canadianpravasi.com ਸਾਡੀ ਵੈਬਸਾਈਟ ਹੈ। ਥੈਂਕ ਯੂ ਜੀ, ਬਹੁਤ ਬਹੁਤ ਸ਼ੁਕਰੀਆ।